ਉਹ ਬਹਿਰੂਪੀਏ ਸਭ। ਉਹ ਜਿਹੜੇ ਲੋਕ ਬਹਿਰੂਪੀਏ, ਚਾਹੇ ਉਹ ਲੀਡਰ ਹੋਣ, ਚਾਹੇ ਉਹ ਬਹਿਰੂਪੀਏ ਸਾਧ ਦਾ ਨਾਮ ਬਦਨਾਮ ਕਰ ਰਹੇ ਆ। ਸਾਧ ਸੰਤ ਤਾਂ ਉਹ ਬੰਦੇ ਹੁੰਦੇ ਜਿਨ੍ਹਾਂ ਤੋਂ ਲੋਕ ਕੁਝ ਸਿੱਖ ਲੈਂਦੇ। ਇਹਨਾਂ ਤੋਂ ਕੀ ਸਿੱਖ ਲਓਗੇ? ਛੇਕਿਆ ਵੀ ਸੀਗਾ, ਪੰਥ ਚੋਂ ਕੱਢਿਆ ਵੀ ਸੀਗਾ। ਮਾਫੀਆਂ ਕਿਹਨੇ ਦਵਾਈ? ਜਿਹੜੇ ਅੱਜ ਕਹਿ ਰਹੇ ਆ, ਅੱਜ ਜਿਹੜੇ ਗੱਲ ਕਰ ਰਹੇ ਆ, ਅੱਜ ਇਹਨਾਂ ਨੂੰ ਇੰਦਰਾ ਗਾਂਧੀ ਯਾਦ ਆ ਗਈ, ਅੱਜ ਇਹਨਾਂ ਨੂੰ ਆ ਗਿਆ ਵੀ ਬੰਦੀ ਸਿੰਘ ਯਾਦ ਆਏ ਖੜੇ। ਪਖੰਡੀ ਸਾਧ ਦੀ ਜਿਹੜੀ ਦੇ ਨਾਲ ਯਾਰੀ ਹੈ ਨਾ, ਆਹ ਮਹਿੰਗਾ ਹੀ ਸੌਦਾ ਹੈ। ਅਤੇ ਉਹ ਮਹਿੰਗਾਈ ਦਾ ਕੀਮਤ ਸੁਖਬੀਰ ਬਾਦਲ ਜੀ ਨੇ ਕੁਛ ਚੁਕਾਤੀ ਅਤੇ ਅਜੇ ਬਹੁਤ ਲੰਬੀ ਚੁਕਾਉਣ ਵਾਲੀ ਪਈ ਹੈ, ਬਹੁਤ ਚੁਕਾਉਣੀ ਪਊ। ਸਵਾਲ ਖੜੇ ਹੋ ਰਹੇ, ਕਹਿੰਦੇ ਬੀਜੇਪੀ ਨੇ ਕਿਉਂ ਪਰੋਲ ਦਿੱਤੀ, ਕਿਉਂ ਪਰੋਲ ਤੇ ਬਾਹਰ ਆਇਆ, ਔਰ ਬੀਜੇਪੀ ਦੇ ਕਈ ਲੀਡਰ ਨਤਮਸਤਕ ਹੋ ਰਹੇ ਉਹਦੇ ਅੱਗੇ ਜਾ ਕੇ। ਕਿਵੇਂ ਦੇਖਦੇ ਹੋ ਤੁਸੀਂ? ਵਾਚ ਕੀਤਾ ਭਾਰਤ ਜੋੜੋ ਯਾਤਰਾ ਔਰ ਵੱਡੇ ਵੱਡੇ ਬਿਆਨ, ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਤਾਂ ਬਹੁਤ ਲੰਬੀਆਂ ਚੌੜੀਆਂ ਗੱਲਾਂ ਕਹੀਆਂ। ਇੱਕ ਕੋਈ ਇਸੇ ਤਰ੍ਹਾਂ ਹੌਸਲੇ 'ਚ ਰਾਹੁਲ ਗਾਂਧੀ ਜੀ ਜਿਹਦੇ ਉਹ ਜਿਹੜਾ ਸੀਗਾ ਕੰਟੇਨਰ ਜਿਹਦੇ ਵਿੱਚ ਰਾਤ ਨੂੰ ਉਹਦੇ 'ਚ ਜਾ ਵੜਿਆ, ਉਹਨੂੰ ਧੱਕੇ ਦੇ ਕੇ ਬਾਹਰ ਕੱਢੇ ਗਿਆ ਉੱਥੋਂ। ਉਹਨਾਂ ਦੀ ਤਾਂ ਤੁਹਾਨੂੰ ਅਜੇ ਪਤਾ ਹੀ ਨਹੀਂ। ਅੱਛਾ, ਜੋ ਆਪਣੀ ਯਾਤਰਾ ਕਰ ਗਏ ਸਾਹਿਬ, ਉਹਦਾ ਨਤੀਜਾ ਅਤੇ ਆਉਣ ਵਾਲੇ ਦਿਨਾਂ 'ਚ ਆਊਗਾ। ਤੁਸੀਂ ਦੇਖਿਓ ਕਿਸ ਤਰ੍ਹਾਂ ਇੱਥੇ ਤਲਵਾਰਾਂ ਚੱਲ ਗਈਆਂ। ਮੈਂ ਬਾਦਲ ਸਾਹਿਬ ਦਾ ਅੱਜ ਵੀ ਬੜਾ ਇੱਜ਼ਤ ਕਰਦਾ ਸਾਹਿਬ, ਚਾਹੇ ਸੁਖਬੀਰ ਜੀ ਮੇਰੇ ਕਨੀ ਮੈਂ ਛੁਰਾ ਲੈ ਕੇ ਤੁਰੇ ਫਿਰਦੇ ਹਰ ਟਾਈਮ ਵੀ ਮੈਂ ਹੱਥਕੜੀ ਲਾ ਦੂੰਗਾ ਸੁਨੀਲ ਨੂੰ, ਮੈਂ ਇਹ ਕਰ ਦੂੰ, ਕੋਈ ਫਰਕ ਨਹੀਂ ਪੈਂਦਾ ਸਭ, ਉਹ ਉਹਨਾਂ ਦੀ ਆਪਣੀ ਸੋਚ। ਕਿਸਾਨ ਅੰਦੋਲਨ ਤੋਂ ਬਾਅਦ ਬਹੁਤ ਜ਼ਿਆਦਾ ਨਿਰਾਸ਼ਤਾ ਸੀ ਲੋਕਾਂ ਦੇ ਵਿੱਚ ਔਰ ਬਹੁਤ ਗੁੱਸਾ ਸੀਗਾ ਬੀਜੇਪੀ ਦੇ ਪ੍ਰਤੀ। 2024 ਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰ ਰਹੇ ਹੋ? ਕਾਨੂੰਨ ਮੋਦੀ ਜੀ ਨੇ ਬਣਾਏ, ਉਦੋਂ ਸਰਕਾਰ 'ਚ ਮੰਤਰੀ ਕੌਣ ਸੀਗੇ, ਭਾਈਵਾਲ ਕੌਣ ਸੀਗੇ, ਕੀ ਆ ਜ਼ਿੰਮੇਵਾਰੀ ਬਾਦਲ ਸਾਹਿਬ ਦੀ ਜਾਂ ਸੁਖਬੀਰ ਜੀ ਤਾਂ ਚਲੋ ਕਿਸਾਨ ਹੈ ਹੀ ਨਹੀਂ, ਉਹ ਕਿਸਾਨ ਦੇ ਘਰ ਪੈਦਾ ਤਾਂ ਜ਼ਰੂਰ ਹੈ, ਇਜ਼ ਅ ਬਿਜ਼ਨਸਮੈਨ। ਬੀਬਾ ਜੀ ਉੱਥੇ ਮੰਤਰੀ ਸੀਗੇ, ਇਹਨਾਂ ਨੇ ਬਰਾਬਰ ਬੈਠ ਕੇ ਉਹ ਸਾਰਾ ਕੁਝ ਡਰਾਫਟ ਕੀਤਾ ਸਭ। ਅਸੀਂ ਕੁਰਸੀ ਛੱਡੀ ਇਸੇ ਕਰ ਕੁਰਸੀ ਤਾਂ ਜਦੋਂ ਲੋਕਾਂ ਨੇ ਘਰ ਘੇਰ ਲਿਆ, ਘਰੋਂ ਬਾਹਰ ਨਿਕਲਣਾ ਮੁਸ਼ਕਲ ਤਾਂ ਉਹਦਾ ਜਾਨ ਬਚਾਉਂਦਿਆਂ ਨੂੰ ਕੀਤਾ ਹੈ ਜੀ। ਮਰਦੀ ਨੱਕ ਚੱਬੇ ਵਾਲੀ ਗੱਲ ਹੈ ਸਭ। ਇਹ ਬਾਦਲ ਸਾਹਿਬ ਦੇ ਬਿਆਨ ਹੈ, ਕਹਿੰਦੇ ਸਾਨੂੰ ਸਾਰੇ ਪਰਿਵਾਰ ਨੂੰ ਇੱਕ ਸਾਰੀ ਰਾਤ ਲੱਗੀ ਇਸ ਚਿੰਤਾ ਦੇ ਵਿੱਚ ਵੀ ਅਸੀਂ ਮਿਨਿਸਟਰੀ ਤੋਂ ਅਸਤੀਫਾ ਦੇਈਏ ਕਿ ਨਾ ਦੇਈਏ। ਇੱਕ ਕੁਰਸੀ ਵਾਸਤੇ ਅੱਜ ਕਹਿੰਦੇ 700 ਕਿਸਾਨ ਮਰਾ ਦੇ, ਤੁਸੀਂ ਸਾਰੀ ਰਾਤ ਬੈਠੇ ਇਸ ਚੱਕਰ 'ਚ ਕੋਈ ਕੁਰਸੀ ਛੱਡਣ ਵਾਸਤੇ ਤੁਹਾਨੂੰ ਸਾਰੀ ਰਾਤ ਜਾਗਣਾ ਪਿਆ। ਪੰਜਾਬ ਤੇ ਕੇਂਦਰ ਸਰਕਾਰ ਵਿਚਾਲੇ ਤਣਾਅ ਚੱਲ ਰਿਹਾ ਹੈ। ਲਗਾਤਾਰ ਕੇਂਦਰ ਸਰਕਾਰ ਤੇ ਇਲਜ਼ਾਮ ਮੁੱਖ ਮੰਤਰੀ ਭਗਵੰਤ ਮਾਨ ਲਾਉਂਦੇ ਰਹੇ। ਅਰਵਿੰਦ ਕੇਜਰੀਵਾਲ ਲਗਾਤਾਰ ਗਵਰਨਰ ਤੇ ਵੀ ਨਿਸ਼ਾਨੇ ਸਾਧ ਰਹੇ ਨੇ ਔਰ ਕਹਿੰਦੇ ਕਿ ਕੰਮ ਰੋਕੇ ਜਾ ਰਹੇ ਆ, ਗਵਰਨਰ ਸਾਹਿਬ ਬਾਰਡਰਾਂ ਤੇ ਜਾ ਰਹੇ ਨੇ। ਔਰ ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਅੱਜ ਟਵੀਟ ਕਰਕੇ ਵੱਡੀ ਗੱਲ ਆਖੀ ਹੈ। ਉਹਨਾਂ ਨੇ ਇੰਦਰਾ ਗਾਂਧੀ ਵਾਂਗੂ ਹੀ ਜੋ ਸ਼ਾਸਕ ਹੈ ਉਸ ਦੀ ਤੁਲਨਾ ਕਰ ਦਿੱਤੀ ਹੈ। ਕਹਿੰਦੇ ਕਿ ਉਸੇ ਤਰੀਕੇ ਦੇ ਬੀਜੇਪੀ ਦੇ ਸ਼ਾਸਕ ਨੇ। ਸੁਨੀਲ ਜਾਖੜ ਸਾਡੇ ਨਾਲ ਨੇ, ਸੀਨੀਅਰ ਲੀਡਰ ਨੇ ਔਰ ਅੱਜਕੱਲ ਬੀਜੇਪੀ ਵਾਲੇ ਬਣੇ ਨੇ। ਜਾਖੜ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹੂੰਗਾ ਕਿ ਝਾਂਕੀ ਦਾ ਬੜਾ ਰੌਲਾ ਪਿਆ ਹੋਇਆ। ਕਹਿੰਦੇ ਕਿ 26 ਜਨਵਰੀ ਵਾਲੇ ਦਿਨ ਗਣਤੰਤਰ ਦਿਵਸ ਦੀ ਪਰੇਡ ਤੇ ਝਾਂਕੀ ਜਿਹੜੀ ਆ, ਮੁੱਖ ਮੰਤਰੀ ਸਾਹਿਬ ਨੇ ਥੋੜ੍ਹੀ ਦੇਰ ਪਹਿਲਾਂ ਹੀ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਕੈਪਟਨ ਸਾਹਿਬ ਹੁਣਾਂ ਨੂੰ ਔਰ ਇਹਨਾਂ ਨੂੰ ਚਾਹੀਦਾ ਸੀ ਆਪਣਾ ਪੱਖ ਰੱਖਣਾ, ਪਰ ਕਹਿੰਦੇ ਇਹਨਾਂ 'ਚ ਗੜ੍ਹਸ ਹੈ ਨਹੀਂ ਗੇ। ਦੇਖੋ, ਸ਼ਾਇਦ ਗਟਸ ਦੀ ਘਾਟ ਹੋਵੇ, ਇਹਨਾਂ ਨੂੰ ਜ਼ਿਆਦਾ ਪਤਾ ਹੈ ਗਟਸ ਦਾ, ਪਰ ਮੈਂ ਇੰਨਾ ਹੀ ਸਮਝਦਾ ਵੀ ਆ ਪਹਿਲੀ ਵਾਰੀ ਭਗਵੰਤ ਮਾਨ ਜੀ ਨੂੰ ਸ਼ਾਇਦ ਪਤਾ ਨਹੀਂ ਵੀ ਆ ਪਹਿਲੀ ਵਾਰੀ ਨਹੀਂ ਹੋਇਆ ਵੀ ਕਿਸੇ ਸੂਬੇ ਦੀ ਤੇ ਪੰਜਾਬ ਦੀ ਜਿਹੜੀ ਝਾਂਕੀ ਉੱਥੇ ਪੇਸ਼ ਨਹੀਂ ਹੋ ਰਹੀ। ਹੁਣੇ ਮੈਂ ਅੰਕੜੇ ਦੇਖ ਰਿਹਾ ਸੀਗਾ ਵੀ ਪਿਛਲੇ 15 ਸਾਲਾਂ ਦੇ ਅੰਦਰ ਕਰੀਬਨ 7 ਵਾਰੀ ਹੈ ਜਿਹੜੀ ਪੰਜਾਬ ਦੀ ਝਾਂਕੀ ਪੇਸ਼ ਨਹੀਂ ਹੋਈ ਅਤੇ 8 ਸਾਲ ਇੱਥੇ ਝਾਂਕੀ ਚੱਲੀ ਹੈ। ਅੱਡ ਮੁੱਦਿਆਂ ਦੇ ਉੱਤੇ, ਚਾਹੇ ਜਦੋਂ 550 ਸਾਲਾ ਗੁਰਪੁਰਬ ਮਨਾਇਆ ਆਪਾਂ ਗੁਰੂ ਨਾਨਕ ਦੇਵ ਜੀ ਦਾ, ਪਹਿਲੀ ਪਾਤਸ਼ਾਹੀ ਦਾ, ਉਹਨਾਂ ਦਾ ਉਹਨੂੰ ਲੈ ਕੇ ਝਾਂਕੀ ਬਣੀ ਸੀ। ਇੱਕ ਵਾਰੀ ਜਿਹੜੀ ਝਾਂਕੀ ਪੇਸ਼ ਹੋਈ ਹੈ ਉਹ ਸਾਡੇ ਜਲਿਆਂਵਾਲਾ ਬਾਗ ਦੇ ਅੰਦਰ ਜੋ ਤਸ਼ੱਦਦ ਹੋਈ ਸੀ, ਜੋ ਪੰਜਾਬੀਆਂ ਦੇ ਉੱਤੇ ਜਨਰਲ ਡਾਇਰ ਨੇ ਜਿਹੜਾ ਕਾਂਡ ਕੀਤਾ ਸੀ, ਉਹਨੂੰ ਲੈ ਕੇ ਬਣਾਈ ਗਈ ਸੀ। ਜਾਂ ਸੰਗਤ ਜਾਂ ਪੰਗਤ ਨੂੰ ਲੈ ਕੇ ਇੱਕ ਸਾਲ ਜਿਹੜੀ ਹੈ ਉਹ ਜਿਹੜੀ ਭਾਵਨਾ ਗੁਰੂ ਮਹਾਰਾਜ ਨੇ ਦੇਣ ਦਿੱਤੀ ਹੈ ਸਮਾਜ ਨੂੰ, ਉਹਨੂੰ ਲੈ ਕੇ ਕੀਤਾ ਗਿਆ ਸੀਗਾ। ਅਤੇ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਐਤਕੀ ਜਿਹੜੀ ਸੁਣ 'ਚ ਆ ਰਹੀ ਹੈ ਵੀ ਇਸ ਝਾਂਕੀ ਦੇ ਅੰਦਰ ਕੋਈ ਨਾ ਕੋਈ ਕਮੀਆਂ ਸੀਗੀਆਂ, ਕਿਉਂਕਿ ਜਿਸ ਖੂਬਸੂਰਤੀ ਨਾਲ ਜਿਸ ਤਰੀਕੇ ਨਾਲ ਭਾਵਨਾ ਨੂੰ ਵਿਅਕਤ ਕਰਨ ਵਾਲੀ ਝਾਂਕੀ ਬਣਨੀ ਚਾਹੀਦੀ ਹੈ, ਉਹਦੇ ਵਿੱਚ ਹੋ ਸਕਦਾ ਮਾਨ ਸਾਹਿਬ ਦੀ ਸਰਕਾਰ ਕੋਲ ਅੱਜ ਆਪਣੀ ਐਡਵਰਟੀਜ਼ਮੈਂਟ ਵਾਸਤੇ ਤਾਂ ਪੈਸੇ ਹੈ, ਪਰ ਢੰਗ ਦੀ ਝਾਂਕੀ ਪੰਜਾਬ ਦੇ ਵਿਰਸੇ ਨੂੰ, ਪੰਜਾਬ ਦੇ ਇਤਿਹਾਸ ਨੂੰ, ਪੰਜਾਬ ਦੀ ਕੁਰਬਾਨੀਆਂ ਨੂੰ ਦਰਸਾਉਣ ਵਾਲਾ ਪੈਸਾ ਸ਼ਾਇਦ ਨਾ ਹੋਵੇ। ਅਤੇ ਮੈਂ ਉਹਨਾਂ ਨੂੰ ਇੰਨਾ ਹੀ ਭਰੋਸਾ ਦੇਣਾ ਚਾਹੂੰਗਾ ਜੀ, ਮਾਨ ਸਾਹਿਬ ਤੁਹਾਨੂੰ ਆਪਣੀ ਮੁੱਖ ਮੰਤਰੀ ਦੀ ਕੁਰਸੀ 'ਤੇ ਭਰੋਸਾ ਹੈ ਨਹੀਂ ਤਾਂ ਤੁਸੀਂ ਇਸ ਗੱਲ ਨੂੰ ਨਿਸ਼ਚਿੰਤ ਰਹੋ ਵੀ ਅਗਲੀ ਵਾਰੀ ਝਾਂਕੀ ਵੀ ਜੇ ਤੁਹਾਡੇ ਕੋਲ ਸਰਕਾਰ ਕੋਲ ਪੈਸਾ ਨਹੀਂ ਤਾਂ ਅਸੀਂ ਪੰਜਾਬੀ ਰਲ ਕੇ ਵਧੀਆ ਝਾਂਕੀ ਬਣਾ ਕੇ ਦੇਵਾਂਗੇ ਅਤੇ ਅਸੀਂ ਪ੍ਰਧਾਨ ਮੰਤਰੀ ਨਾਲ ਵੀ ਉੱਥੇ ਝਾਂਕੀ ਵੀ ਪੰਜਾਬ ਦੀ ਪੇਸ਼ ਕੀਤੀ ਜਾਊਗੀ ਅਤੇ ਵਧੀਆ ਪੇਸ਼ ਕੀਤੀ ਜਾਊਗੀ। 1 ਨੰਬਰ ਦੀ ਝਾਂਕੀ ਦਾ ਅਵਾਰਡ ਵੀ ਪੰਜਾਬ ਨੂੰ ਹੀ ਮਿਲੂਗਾ। ਇਹਦਾ ਉਹਨਾਂ ਨੂੰ ਨਿਸ਼ਚਿੰਤ ਰਹਿਣ, ਬਾਹਲਾ ਭਾਵੁਕ ਨਾ ਹੋਣ। ਇਸ ਮਸਲੇ ਨੂੰ ਲੈ ਕੇ ਅਸੀਂ ਕਰਾਂਗੇ ਅਤੇ ਪੰਜਾਬ ਦਾ ਜਿਹੜਾ ਇਤਿਹਾਸ ਹੈ,
ਪੰਜਾਬ ਦਾ ਵਿਰਸਾ ਹੈ, ਪੰਜਾਬ ਦੀ ਕੁਰਬਾਨੀ ਹੈ। ਆ ਕੋਈ ਛੂਈ ਮੂਈ ਨਹੀਂ ਸਾਹਿਬ ਵੀ ਜੇ ਕੋਈ ਝਾਂਕੀ ਉੱਥੇ ਜੇ ਨਹੀਂ ਪੇਸ਼ ਹੋਈ ਤਾਂ ਪੰਜਾਬ ਦੇ ਵਿਰਸੇ ਨੂੰ ਢਾਲ ਲੱਗ ਜੂਗੀ, ਪੰਜਾਬ ਦੇ ਹੱਕਾਂ ਤੇ ਬੇਇਨਸਾਫੀ ਹੋਈ ਹੈ। ਬੇਇਨਸਾਫੀ ਤਾਂ ਮਾਨ ਸਾਹਿਬ ਤੁਸੀਂ ਪੰਜਾਬ ਦੇ ਨਾਲ ਉਸ ਦਿਨ ਕਰਤੀ ਜਦੋਂ ਤੁਸੀਂ ਅਮਿਤ ਸ਼ਾਹ ਜੀ ਨੂੰ ਆਹ ਕਹਿਤਾ ਵੀ ਸਾਨੂੰ ਚੰਡੀਗੜ੍ਹ ਦੇ ਅੰਦਰ ਵਿਧਾਨ ਸਭਾ ਬਣਾਉਣ ਦੀ ਜਗ੍ਹਾ ਦਿਓ। ਮਾਲਕ ਤੁਸੀਂ ਹੋ, ਮਾਲਕ ਪੰਜਾਬ ਹੈ ਚੰਡੀਗੜ੍ਹ ਦਾ, ਕਿੱਧਰ ਮੰਗੀ ਜਾਂਦੇ ਹੋ, ਪਲਾਟ ਮੰਗੀ ਜਾਂਦੇ ਹੋ। ਚੰਡੀਗੜ੍ਹ ਵੀ ਸਾਡਾ, ਵਿਧਾਨ ਸਭਾ ਵੀ ਸਾਡੀ ਹੈ। ਤੁਸੀਂ ਢਾਹ ਨਾ ਲਾਓ ਪੰਜਾਬ ਦੇ। ਤੁਸੀਂ ਜਿਹੜਾ ਕੰਮ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਦਿੱਤਾ, ਪੰਜਾਬ ਸਰਕਾਰ ਦੀ ਬਾਗਡੋਰ ਆਪਣੇ ਹੱਥ 'ਚ ਲਓ। ਇਹ ਜਿਹੜੇ ਦਿੱਲੀ ਵਾਲੇ ਲਿਆ ਕੇ ਤੁਸੀਂ ਆਕਾ ਇੱਥੇ ਬਿਠਾ ਰੱਖੇ, ਇਹਨਾਂ ਨੂੰ ਵਾਪਸ ਤੋਰੋ, ਚੰਡੀਗੜ੍ਹ ਉੱਥੋਂ ਦਿੱਲੀ ਤੋਰੋ। ਪਰ ਸੁਖਬੀਰ ਸਿੰਘ ਬਾਦਲ ਨੇ ਅੱਜ ਬਹੁਤ ਵੱਡਾ ਐਲੀਗੇਸ਼ਨ ਲਾਇਆ, ਟਵੀਟ ਸ਼ਾਇਦ ਤੁਸੀਂ ਦੇਖਿਆ ਹੋਊਗਾ। ਉਹਨਾਂ ਨੇ ਸਰਸਾ ਸਾਧ ਦੀ ਇੱਕ ਫੋਟੋ ਸਾਂਝੀ ਕਰਕੇ ਤੇ ਲੰਮਾ ਚੌੜਾ ਟਵੀਟ ਲਿਖਿਆ। ਨਾਲ ਹੀ ਉਹਨਾਂ ਨੇ ਲਾਸਟ ਵਾਲੀ ਗੱਲ ਲਿਖੀ ਹੈ, ਉਹ ਕਹਿੰਦੇ ਕਿ ਇਹ ਸੋਚਣ ਨੂੰ ਮਜਬੂਰ ਕਰਦੇ ਆ ਕਿ ਭਾਜਪਾ ਦੇ ਮੌਜੂਦਾ ਸ਼ਾਸਕ ਵੀ ਇੰਦਰਾ ਗਾਂਧੀ ਵਾਲੇ ਫਿਰਕੂ ਰਾਹ ਤੇ ਚੱਲ ਪਏ ਆ। ਚਲੋ ਉਹ ਤਾਂ ਇਹਨਾਂ ਨੇ ਕਿਉਂ ਆਊਟ ਆਫ ਡੈਸਪਰੇਸ਼ਨ ਕਰ ਰਹੇ ਸਭ, ਕਿਉਂਕਿ ਉਹਨਾਂ ਨੇ ਜਦੋਂ ਦੇਖਿਆ ਜਿਹੜਾ ਹਾਲ ਅਕਾਲੀ ਦਲ ਦਾ ਸੁਖਬੀਰ ਜੀ ਦੀ ਲੀਡਰਸ਼ਿਪ ਦੇ ਵਿੱਚ ਸੰਗਰੂਰ 'ਚ ਹੋਇਆ, ਉਹਦੇ ਬਾਅਦ ਉਹਨਾਂ ਨੇ ਇੱਕ ਟੋਟਲੀ ਟਰਨ ਲੈ ਲਿਆ ਸਾਹਿਬ। ਉਹ ਇੱਕ ਉਸ ਕੱਟਰਵਾਦ ਵਾਲੇ ਪਾਸੇ ਤੁਰ ਪਏ। ਉਹਨਾਂ ਨੇ ਕਿਹਾ ਜੇ ਸਿਮਰਜੀਤ ਸਿੰਘ ਮਾਨ ਨੂੰ ਲੋਕਾਂ ਨੇ ਚੁਣ ਲਿਆ ਸਾਨੂੰ ਛੱਡ ਕੇ, ਤੇ ਕਿ ਚੌਥੇ ਨੰਬਰ 'ਤੇ ਆਈ ਹੈ ਕਿ ਅਕਾਲੀ ਦਲ ਉੱਥੇ ਸਭ ਤੋਂ ਲਾਸਟ ਪਹੁੰਚੇ ਹੈ। ਅਤੇ ਉਹ ਇਸੇ ਕਰਕੇ ਸ਼ਾਇਦ ਉਹਨਾਂ ਨੇ ਤਬਦੀਲੀ ਕੀਤੀ ਹੈ। ਪਰ ਜਿਹੜੀ ਫੋਟੋ ਦੀ ਤੁਸੀਂ ਗੱਲ ਕਰਦੇ ਹੋ, ਫੋਟੋ ਸ਼ਾਇਦ ਉਹਨਾਂ ਨੇ ਉਹ ਨਹੀਂ ਲਾਈ ਜਿਹੜੀ ਫੋਟੋ ਤੁਸੀਂ ਵੀ ਦੇਖੀ ਹੋਣੀ ਹੈ, ਜਿਹਦੇ ਵਿੱਚ ਬਾਦਲ ਸਾਹਿਬ ਤੇ ਸੁਖਬੀਰ ਜੀ ਦੋਨੋਂ ਉਸੇ ਸਾਧ ਦੇ ਚਰਨਾਂ 'ਚ ਬੈਠੇ ਹੈ। ਉਹ ਤਾਂ ਸਾਰਾ ਸੋਸ਼ਲ ਮੀਡੀਆ 'ਤੇ ਸਭ, ਮੈਂ ਨਹੀਂ ਕਹਿ ਰਿਹਾ। ਪਰ ਜਿਹੜੀ ਗੱਲ ਨੂੰ ਅੱਜ ਉਹਨਾਂ ਨੇ ਪਾਈ ਹੈ, ਉਹਨਾਂ ਨੇ ਕਿਹਾ ਵੀ ਸਾਡੇ ਸਿੱਖੀ ਦੇ ਚਿੰਨ੍ਹਾਂ ਨੂੰ, ਕਕਾਰਾਂ ਨੂੰ, ਸਾਡਿਆਂ ਨੂੰ, ਉਹਨਾਂ ਨੂੰ ਉਹਨੇ ਕੀਤਾ। ਮੈਂ ਸਮਝਦਾ ਵੀ ਉਸੇ ਮਸਲੇ 'ਤੇ ਵੀ ਸ਼ਾਇਦ ਇਹਨਾਂ ਨੂੰ ਅਜੇ ਜਿਹੜੇ ਆ ਅਖੌਤੀ ਲੀਡਰ ਬਣੇ ਫਿਰਦੇ ਆ, ਸ਼ਾਇਦ ਇਹਨਾਂ ਨੂੰ ਅਜੇ ਆ ਵੀ ਨਹੀਂ ਪਤਾ ਵੀ ਸ਼੍ਰੀ ਸਾਹਿਬ, ਕਿਰਪਾਨ ਤੇ ਤਲਵਾਰ ਇਹਦੇ ਫਰਕ ਕੀ ਹੈ। ਪਰ ਉਹ ਲੋਕ ਆ ਸਵਾਲ ਚੱਕ ਰਹੇ ਜਿਨ੍ਹਾਂ ਨੂੰ ਆਪਣਾ ਗਾਤਰਾ ਦਿਖਾਉਣਾ ਪਿਆ ਵੀ ਆਪਣੇ ਆਪ ਨੂੰ ਇੱਕ ਸੱਚਾ ਸਿੱਖ ਸਾਬਤ ਕਰਨ ਵਾਸਤੇ। ਲੋਕ ਮੰਨਦੇ ਨਹੀਂ ਇਹਨਾਂ ਨੂੰ ਉਸ ਭਾਵਨਾ ਦਾ ਨਹੀਂ ਪਤਾ। ਪਰ ਜੋ ਕੁਝ ਉਹਨੇ ਕੀਤਾ, ਦੇਖੋ ਉਹ ਬਹਿਰੂਪੀਏ ਸਭ। ਉਹ ਜਿਹੜੇ ਲੋਕ ਬਹਿਰੂਪੀਏ, ਚਾਹੇ ਉਹ ਲੀਡਰ ਹੋਣ, ਚਾਹੇ ਉਹ ਬਹਿਰੂਪੀਏ ਸਾਧ ਦਾ ਨਾਮ ਬਦਨਾਮ ਕਰ ਰਹੇ ਆ। ਸਾਧ ਸੰਤ ਬੰਦੇ ਹੁੰਦੇ ਜਿਨ੍ਹਾਂ ਤੋਂ ਲੋਕ ਕੁਝ ਸੀਖ ਲੈਂਦੇ। ਇਹਨਾਂ ਤੋਂ ਕੀ ਸੀਖ ਲਓਗੇ? ਬਹਿਰੂਪੀਆ ਇਸ ਕਿਸਮ ਦਾ ਉਹ ਵੀ ਸਵਾਂਗ ਹੈ। ਉਹਨੇ, ਮੈਂ ਸਮਝਦਾ ਵੀ ਪੂਰੇ ਸਮਾਜ ਦੀ ਤੋਹੀਨ ਕੀਤੀ ਹੈ। ਤੁਸੀਂ ਉਹਨਾਂ ਦੇ, ਤੁਸੀਂ ਸਾਡੇ ਸਿੱਖ ਸਮਾਜ ਦੇ ਚਿੰਨ੍ਹਾਂ ਦੀ ਤਾਂ ਛੱਡੋ। ਮੈਂ ਸਮਝਦਾ ਇਹ ਜਿਹਾ ਬਹਿਰੂਪੀਆ ਸਮਾਜ ਤੋਂ ਬਾਹਰ ਕੀਤਾ ਜਾਣਾ ਚਾਹੀਦਾ। ਸਭ ਸਮਾਜ ਤੋਂ ਕੀਤਾ ਵੀ ਸੀਗਾ, ਇਹਨੂੰ ਛੇਕਿਆ ਵੀ ਸੀਗਾ, ਪੰਥ ਚੋਂ ਕੱਢਿਆ ਵੀ ਸੀਗਾ। ਮਾਫੀਆਂ ਕਿਹਨੇ ਦਵਾਈ? ਜਿਹੜੇ ਅੱਜ ਕਹਿ ਰਹੇ, ਅੱਜ ਜਿਹੜੇ ਗੱਲ ਕਰ ਰਹੇ ਹੈ, ਅੱਜ ਇਹਨਾਂ ਨੂੰ ਇੰਦਰਾ ਗਾਂਧੀ ਯਾਦ ਆ ਗਈ, ਅੱਜ ਇਹਨਾਂ ਨੂੰ ਆ ਗਿਆ ਵੀ ਬੰਦੀ ਸਿੰਘ ਯਾਦ ਆਏ ਖੜੇ ਹੈ। ਜਦੋਂ ਸਾਰਾ ਕੁਝ ਲੁੱਟ ਗਿਆ, ਹੁਣ ਉਹਦੇ ਬਾਅਦ ਇਸ ਪਾਸੇ ਤੁਰ ਪਏ। ਸੋ ਇਹਨਾਂ ਲੋਕਾਂ ਨੂੰ ਆਪਣੇ ਅੰਦਰ ਝਾਤੀ ਮਾਰ ਕੇ ਦੇਖਣੀ ਚਾਹੀਦੀ ਵੀ ਅੱਜ ਜਿਹੜੇ ਹਾਲਾਤ ਬਣੇ ਹੋਏ ਹੈ ਉਹਦੇ ਵਿੱਚ ਬਹੁਤ ਵੱਡਾ ਰੋਲ ਵੀ ਆ ਜਿਹੜਾ ਇੱਥੇ ਤੁਰਿਆ ਫਿਰਦਾ ਹੈ। ਇਸ ਕਿਸਮ ਦੇ ਆ ਵੀ ਸਵਾਂਗ ਹੀ ਰਚੀ ਜਾਂਦਾ ਉੱਥੇ ਖੜਾ ਯੂਪੀ ਦੇ ਅੰਦਰ, ਜਿਹੜਾ ਕੇਕ ਕੱਟੀ ਜਾਂਦਾ ਸਭ ਉਹ ਤਾਂ ਗੁਰੂ ਸਾਹਿਬ ਨੇ ਦਿੱਤੀ ਸੀ ਵੀ ਕਿ ਸੂਰਾ ਸੋ ਪਹਿਚਾਣੀਏ ਜੋ ਲੜੇ ਦੀਨ ਕੇ, ਤੇ ਵੀ ਕਮਜ਼ੋਰ ਆਦਮੀ ਦੀ ਰੱਖਿਆ ਵਾਸਤੇ ਸ਼ਸਤਰ ਦਿੱਤੇ ਸੀਗੇ। ਉਹ ਮੈਂ ਸਮਝਦਾ ਬਿਲਕੁਲ ਉਹਨੇ ਉਹਦੀ ਬੇਇੱਜ਼ਤੀ ਕੀਤੀ ਹੈ। ਪਰ ਸਾਡੇ ਇਹਨਾਂ ਦੇ ਤੇ ਇਹਦਾ ਲੋਕਾਂ ਨੇ, ਪਰ ਦੋਸਤੀ ਯਾਰੀ ਕਿਹਦੀ ਸੀ ਇਹਦੇ ਨਾਲ? ਮੈਂ ਬਾਰ-ਬਾਰ ਕਿਹਾ, ਕਹਿੰਦੇ ਜਿਹੜੇ ਹੈ ਇਹ ਜੇ ਪਖੰਡੀ ਸਾਧ ਦੀ ਜਿਹੜੀ ਇਹਦੇ ਨਾਲ ਯਾਰੀ ਹੈ ਨਾ, ਆ ਮਹਿੰਗਾ ਹੀ ਸੌਦਾ ਹੈ। ਅਤੇ ਉਹ ਮਹਿੰਗਾਈ ਦਾ ਕੀਮਤ ਸੁਖਬੀਰ ਬਾਦਲ ਜੀ ਨੇ ਕੁਛ ਚੁਕਾਤੀ, ਅਤੇ ਅਜੇ ਬਹੁਤ ਲੰਬੀ ਚੁਕਾਉਣ ਵਾਲੀ ਪਈ ਹੈ, ਬਹੁਤ ਚੁਕਾਉਣੀ ਪਊਗੀ ਇਹਨਾਂ ਨੂੰ। ਤੁਹਾਡੀ ਸਰਕਾਰ ਹੈ ਹੁਣ ਬੀਜੇਪੀ ਦੀ, ਉਹ ਸਵਾਲ ਖੜੇ ਹੋ ਰਹੇ, ਕਹਿੰਦੇ ਬੀਜੇਪੀ ਨੇ ਕਿਉਂ ਪਰੋਲ ਦਿੱਤੀ, ਕਿਉਂ ਪਰੋਲ ਤੇ ਬਾਹਰ ਆਇਆ, ਔਰ ਬੀਜੇਪੀ ਦੇ ਕਈ ਲੀਡਰ ਨਤਮਸਤਕ ਹੋ ਰਹੇ ਉਹਦੇ ਅੱਗੇ ਜਾ ਕੇ। ਕੋਈ ਵੀ ਬੰਦਾ ਜਿਹੜਾ ਜਾ ਕੇ ਉੱਥੇ ਨਤਮਸਤਕ ਹੁੰਦਾ ਸਾਹਿਬ, ਇਹ ਕਿਹੜੇ ਨਹੀਂ ਹੋਏ ਸੀ ਸਾਹਿਬ। ਇਹਨਾਂ ਨੂੰ ਪੁੱਛੋਗਾ ਸੁਖਬੀਰ ਜੀ ਨੂੰ, ਤੁਹਾਡੇ ਕਿੰਨੇ ਜਿਹੜੇ ਲੀਡਰ ਹੈ ਜਿਨ੍ਹਾਂ ਨੂੰ ਤਨਖਾਹ ਨਹੀਂ ਸੀ ਲਈ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਨੇ, ਵੀ ਤੁਸੀਂ ਜਾ ਕੇ ਉੱਥੇ ਉਹਦੇ ਜਿਹੜੇ ਬੰਦੇ ਨੂੰ ਪੰਥ ਚੋਂ ਛੇਕਿਆ ਹੋਇਆ ਹੈ ਉਹਦੇ ਜਾ ਕੇ ਤੁਸੀਂ ਮੱਥੇ ਟੇਕਦੇ ਹੋ। ਅਤੇ ਇਹਨਾਂ ਨੇ ਜਾ ਕੇ ਸਾਰਿਆਂ ਨੇ ਉੱਥੇ ਸੇਵਾ ਕਰਨੀ ਪਈ ਹੈ ਸਭ। ਜਿਹੜੇ ਵੱਡੇ ਲੀਡਰ ਹੈ, ਹੁਣ ਤਾਂ ਥੋੜ੍ਹੇ ਬਹੁਤ ਹੀ ਬਚੇ ਹੈ ਸੁਖਬੀਰ ਜੀ ਦੇ ਨਾਲ, ਜਿਹੜੇ ਪੁਰਾਣੇ ਬਾਦਲ ਸਾਹਿਬ ਦੇ ਹਾਣੀ ਜਿਹੜੇ ਹੈ ਉਹ ਕੋਈ ਇੱਥੇ ਹੈਗੇ, ਬਾਕੀ ਤਾਂ ਸਾਰੇ ਤੁਰ ਗਏ ਸਾਹਿਬ। ਉਹ ਤਾਂ ਆਪ ਦੀ ਪਲਟਣ ਲਈ ਫਿਰਦੇ ਹੁਣ ਤਾਂ ਸੁਖਬੀਰ ਜੀ। ਉਹ ਲੋਕ ਸਾਰੇ ਉੱਥੇ ਜਾ ਕੇ ਮੱਥਾ ਟੇਕ ਕੇ ਆਏ। ਦੇਖੋ, ਮੈਂ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ। ਮੇਰਾ ਆਪਣਾ ਨਿੱਜੀ ਖਿਆਲ ਹੈ ਵੀ ਇਹ ਜੇ ਬਹਿਰੂਪੀਏ ਪਖੰਡੀ ਲੋਕਾਂ ਨੂੰ ਸਾਧ ਕਹਿਣਾ ਵੀ ਜ਼ੁਲਮ ਹੈ। ਇਹਨਾਂ ਨੂੰ ਮੈਂ ਕਹਿੰਦਾ ਸਾਧ ਨਾਮ ਦੀ ਬਦਨਾਮੀ ਹੈ, ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਇਹਨਾਂ ਦੀ ਨੇੜਤਾ ਮਾੜੀ ਹੈ। ਜਾਖੜ ਸਾਹਿਬ,
ਤੁਹਾਡੇ ਪੁਰਾਣੇ ਮਿੱਤਰ ਬਹੁਤ ਅਜੀਜ਼ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਉਹਨਾਂ ਦੀ ਪੰਜਾਬ ਚੋਂ ਲੰਘ ਕੇ ਗਈ, ਕਹਿੰਦੇ ਰਾਹੁਲ ਗਾਂਧੀ ਨੇ ਬਹੁਤ ਮਿਸ ਕੀਤਾ ਜਾਖੜ ਸਾਹਿਬ ਉਹਨਾਂ ਨੂੰ, ਔਰ ਪੁਰਾਣੇ ਲੀਡਰ ਜਿਹੜੇ ਪਾਸੇ ਸਾਈਡ ਕਰ ਦਿੱਤੇ ਗਏ। ਕਿਵੇਂ ਦੇਖਦੇ ਹੋ ਤੁਸੀਂ? ਵਾਚ ਕੀਤਾ ਭਾਰਤ ਜੋੜੋ ਯਾਤਰਾ ਔਰ ਵੱਡੇ ਵੱਡੇ ਬਿਆਨ, ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਤਾਂ ਬਹੁਤ ਲੰਮੀਆਂ ਚੌੜੀਆਂ ਗੱਲਾਂ ਕਹਿਤੀਆਂ। ਦੇਖੋ ਮੈਂ ਦੇਖੋ ਸਾਹਿਬ, ਮੈਂ ਕਿਸੇ ਨੇ ਮੈਨੂੰ ਮਿਸ ਕੀਤਾ ਨਹੀਂ ਕੀਤਾ, ਮੈਂ ਤਾਂ 50 ਸਾਲ ਉੱਥੇ ਸੀਗਾ। ਜੇ ਮੇਰੇ ਨਾਲ ਕਿਸੇ ਨੇ ਮਿਸ ਕਰਨਾ ਸੀ ਜਾਂ ਨਹੀਂ ਕਰਨਾ ਸੀ, ਸੁਨੀਲ ਤਾਂ ਇੱਥੇ ਹੀ ਹੈ। ਪਰ ਜੋ ਕੁਛ ਉੱਥੇ ਘਟਨਾ 'ਚ ਵਾਪਰਿਆ, ਤੁਸੀਂ ਮੇਰੇ ਮੂੰਹ ਤੋਂ ਕੀ ਕਵਾਉਣਾ ਚਾਹੁੰਦੇ ਹੋ ਵੀ ਮੈਂ ਦੇਖਿਆ ਉੱਥੇ ਕਿਹਨੂੰ ਧੱਕੇ ਵੱਜੇ ਹੈ, ਕਿਹਨੂੰ ਨਹੀਂ ਵੱਜੇ ਹੈ। ਕਈ ਲੀਡਰਾਂ ਨੂੰ ਤਾਂ ਤੁਸੀਂ ਜਿਹੜੀ ਗੱਲ ਤੁਹਾਨੂੰ ਪਤਾ ਨਹੀਂ, ਕਈਆਂ ਨੂੰ ਇੱਕ ਕੋਈ ਇਸੇ ਤਰ੍ਹਾਂ ਹੌਸਲੇ 'ਚ ਰਾਹੁਲ ਗਾਂਧੀ ਜਿਹਦੇ ਉਹ ਜਿਹੜਾ ਸੀਗਾ ਕੰਟੇਨਰ ਜਿਹਦੇ ਵਿੱਚ ਰਾਤ ਨੂੰ ਉਹਦੇ 'ਚ ਜਾ ਵੜਿਆ, ਉਹਨੂੰ ਧੱਕੇ ਦੇ ਕੇ ਬਾਹਰ ਕੱਢਿਆ ਗਿਆ ਉੱਥੋਂ। ਉਹਨਾਂ ਦੀ ਤਾਂ ਤੁਹਾਨੂੰ ਅਜੇ ਪਤਾ ਹੀ ਨਹੀਂ। ਇਹੋ ਜਿਹਾ ਕਿਹੜਾ ਸੀਗਾ? ਹੁਣ ਮੈਂ ਕਿਸੇ ਦਾ ਨਾਮ ਲੈਂਦਾ ਠੀਕ ਨਹੀਂ ਲੱਗਦਾ, ਮੈਂ ਤਾਂ ਕਿਸੇ ਦਾ ਨਾਮ ਨਹੀਂ ਲੈਂਦਾ। ਪਰ ਅੱਛਾ, ਜੋ ਆਪਣੀ ਯਾਤਰਾ ਕਰ ਗਏ ਸਾਹਿਬ, ਉਹਦਾ ਨਤੀਜਾ ਤੇ ਜਾਣ ਵਾਲੇ ਦਿਨਾਂ 'ਚ ਆਊਗਾ। ਤੁਸੀਂ ਦੇਖਿਓ ਕਿਸ ਤਰ੍ਹਾਂ ਇੱਥੇ ਤਲਵਾਰਾਂ ਚੱਲਦੀਆਂ। ਲੱਗਦਾ ਗਰੋ ਕਰੇਗੀ ਕਾਂਗਰਸ ਜਾਂ ਹੋਰ ਪਾਟੋ-ਧਾੜ ਹੋਊਗੀ? ਉਹ ਕਹਿੰਦੇ ਨਾ ਸਾਰੇ ਘਰ ਕੇ ਬਦਲ ਦੂੰਗਾ, ਸਾਰੇ ਬਦਲ ਲੈਣਗੇ, ਉਹਦੇ ਬਾਅਦ ਨਵੇਂ ਆ ਜਾਣਗੇ। ਪਾਰਟੀਆਂ ਚੱਲਦੀਆਂ, ਆਈਡੀਓਲੋਜੀ ਤੇ ਚੱਲਦੀਆਂ ਸਭ। ਦੋ ਗੱਲਾਂ ਹੁੰਦੀਆਂ ਪਾਰਟੀ ਦੇ ਵਿੱਚ, ਆਈਡੀਓਲੋਜੀ ਤੇ ਲੀਡਰ। ਅੱਜ ਦੇ ਦਿਨ ਮਨ ਤਾਂ ਇੱਥੇ ਦੋਨੋਂ ਗੱਲਾਂ ਦੀ ਘਾਟ ਦੀ ਸੀ। ਨਾ ਤਾਂ ਆਈਡੀਓਲੋਜੀ ਰਹੀ ਇਹਨਾਂ ਕੋਲ, ਨਾ ਹੀ ਕੋਈ ਲੀਡਰ ਇੱਥੇ ਦਿਸਦਾ, ਕਿਉਂਕਿ ਹਰੇਕ ਕੋਈ ਅਚਕਨ ਤਾਂ ਪਾਈ ਫਿਰਦੇ ਹੈ। ਕਈਆਂ ਨੇ ਤਾਂ ਪੱਗਾਂ ਵੀ ਬੰਨ੍ਹਣੀਆਂ ਚਾਲੂ ਕਰਤੀਆਂ, ਪਰ ਇਹਨਾਂ ਨੂੰ ਨਾ ਤਾਂ ਕੋਈ ਸਰਦਾਰ ਮੰਨਦਾ ਤੇ ਨਾ ਹੀ ਇਹਨਾਂ ਨੂੰ ਕੋਈ ਲੀਡਰ ਮੰਨਦਾ। ਤੇ ਇਸ ਕਰਕੇ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਗਰੋ ਕਿਵੇਂ ਕਰਦੇ। ਪਹਿਲਾਂ ਤਾਂ ਕੋਈ ਲੀਡਰ ਗਰੋ ਹੋਊਗਾ। ਆਈਡੀਓਲੋਜੀ ਵਾਲਾ ਤਾਂ ਸਾਰੇ ਜਲੂਸ ਨਿਕਲਿਆ ਖੜਾ ਮੇਰੇ ਖਿਆਲ 'ਚ, ਇੱਥੋਂ ਲੈ ਕੇ ਕੇਰਲਾ ਤਾਂ ਅੱਜ ਕੇਰਲਾ 'ਚ ਪਤਾ ਲੱਗ ਰਿਹਾ ਵੀ ਉੱਥੇ ਐਂਟਨੀ ਸਾਹਿਬ ਜਿਹੜੇ ਡਿਸਪਲਿਨਰੀ ਕਮੇਟੀ ਦੇ ਇੰਚਾਰਜ ਸੀ, ਜਿਨ੍ਹਾਂ ਦੇ ਸਿਗਨੇਚਰ 'ਚੋਂ ਮੈਨੂੰ ਉਹਨਾਂ ਨੇ ਨੋਟਿਸ ਕੱਢਿਆ, ਅੱਜ ਉਹਨਾਂ ਦੇ ਬੇਟੇ ਕਹਿ ਰਹੇ ਆ ਵੀ ਆ ਦਿਗਵਿਜੇ ਸਿੰਘ ਜੀ ਨਹੀਂ ਜਿਹੜੀ ਹੈ ਯਕਲ ਮਾਰੀ ਹੈ। ਬਹੁਤ ਸਾਰੇ ਲੀਡਰਾਂ ਨਾਲ ਗੱਲ ਹੋਈ ਕਾਂਗਰਸ ਦੇ ਨਾਲ, ਕੁਝ ਜਿਹੜੇ ਲਾਂਭੇ ਕੀਤੇ ਗਏ ਸੀ ਉਹਨਾਂ ਦੇ ਤਾਂ ਨਾਂ ਲੈਂਦੇ, ਪਰ ਤੁਹਾਡਾ ਦਰਦ ਮਨਾਉਂਦੇ। ਕਹਿੰਦੇ ਸੁਨੀਲ ਜਾਖੜ ਗਏ ਆ ਨਾ, ਉਹਦਾ ਬਹੁਤ ਦਰਦ ਹੈ, ਕਹਿੰਦੇ ਉਹ ਨਹੀਂ ਜਾਣੇ ਚਾਹੀਦੇ ਸੀਗੇ। ਚਲੋ ਮੈਂ ਉਹਨਾਂ ਦੀ, ਜੋ ਹਰੇਕ ਦੀ ਆਪਣੀ ਆਪਣੀ ਭਾਵਨਾ ਹੈ। ਸਭ ਕਿਸੇ ਨੂੰ ਸੁਨੀਲ ਠੀਕ ਲੱਗਦਾ, ਕਿਸੇ ਨੂੰ ਮਾੜਾ ਲੱਗਦਾ, ਕਈ ਕੋਸਦੇ ਸੁਨੀਲ ਨੂੰ ਹੈ। ਮੇਰੇ ਤਾਂ ਮੈਂ ਸਮਝਦਾ ਵੀ ਮੈਂ ਤਾਂ ਆਪਣੀ ਬਹਾਦਰੀ ਸਮਝਦਾ ਵੀ ਮੈਨੂੰ ਮੇਰੇ ਦੁਸ਼ਮਣ ਵੀ ਉਹਨਾਂ ਹੀ ਕੋਸਦੇ ਹੈ ਜਿੰਨੇ ਮੇਰੇ ਦੋਸਤ ਕੋਈ ਮਗਰ ਮੈਨੂੰ ਮਿਸ ਕਰਦਾ ਹੈ। ਤਾਂ ਇੱਕੋ ਗੱਲ ਹੈ। ਬਟ ਕਹਿੰਦੇ ਕੈਪਟਨ ਚਲੇ ਗਏ ਚੰਗੀ ਗੱਲ ਸੀ, ਪਰ ਜਾਖੜ ਇੱਧਰ ਰਹਿਣੇ ਚਾਹੀਦੇ ਸੀ। ਇੱਥੇ ਸੀਗਾ ਸਾਹਿਬ ਸੁਨੀਲ, ਸੁਨੀਲ ਵੀ ਇੱਥੇ ਸੀਗਾ ਜਦੋਂ ਇਹ ਸਾਰੀਆਂ ਮੈਂ ਨਾ ਪੁਰਾਣੀਆਂ ਗੱਲਾਂ 'ਚ ਛੱਡੋ ਸਭ, ਜੋ ਮਿੱਟੀ ਪੈ ਗਈ। ਰਿਸ਼ਤੇ ਨਿਭਣੇ ਚਾਹੀਦੇ ਸਾਹਿਬ। ਜਿਹੜਾ ਅੱਜ ਦੇ ਦਿਨ ਰਾਜਨੀਤੀ ਦੇ ਅੰਦਰ ਜਿੰਨੀ ਕੜਤਨ ਆਈ ਹੈ ਨਾ ਸਾਹਿਬ, ਪਹਿਲਾਂ ਇਹ ਨਹੀਂ ਸੀ ਸਾਹਿਬ। ਠੀਕ ਹੈ, ਸਾਡੇ ਰਾਜਨੀਤਿਕ ਵਿਰੋਧ ਹੈ। ਮੈਂ ਬਾਦਲ ਸਾਹਿਬ ਦਾ ਅੱਜ ਵੀ ਬੜਾ ਇੱਜ਼ਤ ਕਰਦਾ ਸਾਹਿਬ। ਚਾਹੇ ਸੁਖਬੀਰ ਜੀ ਮੇਰੇ ਕਨੀ ਮੈਂ ਛੁਰਾ ਲੈ ਕੇ ਤੁਰੇ ਫਿਰਦੇ ਹਰ ਟਾਈਮ ਵੀ ਮੈਂ ਹੱਥਕੜੀ ਲਾ ਦੂੰਗਾ ਸੁਨੀਲ ਨੂੰ, ਮੈਂ ਇਹ ਕਰ ਦੂੰ, ਕੋਈ ਫਰਕ ਨਹੀਂ ਪੈਂਦਾ ਸਾਹਿਬ। ਉਹ ਉਹਨਾਂ ਦੀ ਆਪਣੀ ਸੋਚ ਹੈ। ਮੈਂ ਬਾਦਲ ਸਾਹਿਬ ਦੀ ਬੜੀ ਇੱਜ਼ਤ ਕਰਦਾ। ਆਈ ਹੈਵ ਡਿਫਰੈਂਸਿਸ, ਮੈਂ ਬੜਾ ਰਿਗਾਰਡ ਕਰਦਾ। ਸੋ ਦੈਟਸ ਓਕੇ ਸਾਹਿਬ। ਇਹਨਾਂ ਗੱਲਾਂ 'ਚ ਦੋ ਨਿੱਕੇ ਨਿੱਕੇ ਮੇਰੇ ਸਵਾਲ ਨੇ। ਤੁਸੀਂ ਹੁਣ ਬੀਜੇਪੀ ਦੇ ਵਿੱਚੋਂ, ਵੱਡੀ ਜ਼ਿੰਮੇਵਾਰੀ ਵੀ ਬੀਜੇਪੀ ਨੇ ਤੁਹਾਨੂੰ ਦਿੱਤੀ, ਬਹੁਤ ਭਰੋਸਾ ਕੀਤਾ ਬੀਜੇਪੀ ਨੇ ਤੁਹਾਡੇ ਤੇ, ਕਿਉਂਕਿ ਤੁਹਾਡਾ ਤਜਰਬਾ ਬਹੁਤ, ਕਾਂਗਰਸ ਨੂੰ ਲੀਡ ਕੀਤਾ ਤੁਸੀਂ ਪੰਜਾਬ ਦੇ ਵਿੱਚ। ਪਰ ਤੁਸੀਂ ਪਿੰਡਾਂ ਦੇ ਵਿੱਚ, ਹਲਕਿਆਂ ਦੇ ਵਿੱਚ ਜਾ ਕੇ ਵਾਚ ਕੀਤਾ ਕਿ ਆਖਿਰ ਜਿਹੜੇ ਵਰਕਰ ਨੇ ਬੀਜੇਪੀ ਦੇ, ਉਹ ਕੋਈ ਭਰੋਸਾ ਆਏ ਨੇ ਹੌਸਲੇ ਦੇ ਵਿੱਚ? ਜਾਂ ਕਹਿੰਦੇ ਕਿਸਾਨ ਅੰਦੋਲਨ ਤੋਂ ਬਾਅਦ ਬਹੁਤ ਜ਼ਿਆਦਾ ਨਿਰਾਸ਼ਤਾ ਸੀ ਲੋਕਾਂ ਦੇ ਵਿੱਚ ਔਰ ਬਹੁਤ ਗੁੱਸਾ ਸੀਗਾ ਬੀਜੇਪੀ ਦੇ ਪ੍ਰਤੀ। 2024 ਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰ ਰਹੇ ਹੋ? ਦੇਖੋ, ਇੱਕ ਗੱਲ ਤਾਂ ਸਮਝਣੀ ਪਊਗੀ ਵੀ ਜਦੋਂ ਕਾਨੂੰਨ ਡਰਾਫਟ ਕੀਤਾ ਗਿਆ, ਕਾਲੇ ਕਾਨੂੰਨ ਜਾਂ ਜਿਹੜੇ ਕਿਸਾਨੀ ਨੂੰ ਲੈ ਕੇ ਕਾਨੂੰਨ ਮੋਦੀ ਜੀ ਨੇ ਬਣਾਏ, ਉਦੋਂ ਸਰਕਾਰ 'ਚ ਮੰਤਰੀ ਕੌਣ ਸੀਗੇ, ਭਾਈਵਾਲ ਕੌਣ ਸੀਗੇ? ਕੀ ਜ਼ਿੰਮੇਵਾਰੀ ਬਾਦਲ ਸਾਹਿਬ ਦੀ ਜਾਂ ਸੁਖਬੀਰ ਜੀ ਤਾਂ ਚਲੋ ਕਿਸਾਨ ਹੈ ਹੀ ਨਹੀਂ, ਉਹ ਕਿਸਾਨ ਦੇ ਘਰ ਪੈਦਾ ਤਾਂ ਜ਼ਰੂਰ ਹੈ, ਇਜ਼ ਅ ਬਿਜ਼ਨਸਮੈਨ। ਪਰ ਬਾਦਲ ਸਾਹਿਬ ਇੱਕ ਇਹੋ ਜਿਹੇ ਬੰਦੇ ਹੈ ਜਿਨ੍ਹਾਂ ਨੇ ਲੀਡਰ ਵੀ ਰਹੇ ਹੈ, ਮੁੱਖ ਮੰਤਰੀ ਵੀ 5 ਵਾਰੀ ਰਹੇ ਹੈ, ਪਰ ਕਿਸਾਨੀ ਵੀ ਹੱਥੀਂ ਉਹਨਾਂ ਨੇ ਕਿਸਾਨੀ ਵੀ ਕੀਤੀ ਹੈ। ਤੇ ਬੀਬਾ ਜੀ ਉੱਥੇ ਮੰਤਰੀ ਸੀਗੇ, ਇਹਨਾਂ ਨੇ ਬਰਾਬਰ ਬੈਠ ਕੇ ਉਹ ਸਾਰਾ ਕੁਝ ਡਰਾਫਟ ਕੀਤਾ ਹੈ ਸਾਹਿਬ। ਅਸੀਂ ਕੁਰਸੀ ਛੱਡੀ ਇਸੇ ਕਰ ਕੁਰਸੀ ਤਾਂ ਜਦੋਂ ਲੋਕਾਂ ਨੇ ਘਰ ਘੇਰ ਲਿਆ, ਘਰੋਂ ਬਾਹਰ ਨਿਕਲਣਾ ਮੁਸ਼ਕਲ ਕਰਤਾ, ਉਹ ਤਾਂ ਜਾਨ ਬਚਾਉਂਦਿਆਂ ਨੂੰ ਕੀਤਾ ਹੈ ਜੀ। ਮਰਦੀ ਨੱਕ ਚੱਬੇ ਵਾਲੀ ਗੱਲ ਹੈ ਸਭ। ਤਾਂ ਉਸ 'ਚ ਤਾਂ ਕੋਈ ਵੱਡੀ, ਤੇ ਉਹਦਾ ਵੀ ਦੇਖੋ ਆਹ ਬਿਆਨ, ਮੈਂ ਤੁਸੀਂ ਵੀਡੀਓ ਹੈ, ਉਹ ਵੀਡੀਓ ਸਾਹਿਬ ਅੱਜ ਕੱਲ੍ਹ ਬੜਾ ਇਲੈਕਟ੍ਰੋਨਿਕ ਮੀਡੀਆ ਦਾ ਯੱਬ ਹੈ, ਹਰੇਕ ਚੀਜ਼ ਰਿਕਾਰਡ ਹੋ ਜਾਂਦੀ ਹੈ। ਉਸ 'ਚ ਬਾਦਲ ਸਾਹਿਬ ਦੇ ਬਿਆਨ ਹੈ, ਕਹਿੰਦੇ ਸਾਨੂੰ ਸਾਰੇ ਪਰਿਵਾਰ ਨੂੰ ਇੱਕ ਸਾਰੀ ਰਾਤ ਲੱਗੀ ਇਸ ਚਿੰਤਾ ਦੇ ਵਿੱਚ ਵੀ ਅਸੀਂ ਮਿਨਿਸਟਰੀ ਤੋਂ ਅਸਤੀਫਾ ਦੇਈਏ ਕਿ ਨਾ ਦੇਈਏ। ਇੱਕ ਕੁਰਸੀ ਵਾਸਤੇ ਅੱਜ ਕਹਿੰਦੇ 700 ਕਿਸਾਨ ਮਰਾ ਤੇ ਤੁਸੀਂ ਸਾਰੀ ਰਾਤ ਬੈਠੇ ਇਸ ਚੱਕਰ 'ਚ, ਸ਼ੋ ਪੰਜ ਕੁਰਸੀ ਛੱਡਣ ਵਾਸਤੇ ਤੁਹਾਨੂੰ ਸਾਰੀ ਰਾਤ ਜਾਗਣਾ ਪਿਆ ਸਾਹਿਬ। ਇਹ ਇਹਨਾਂ ਦੀ ਸੋਚ ਦਰਸਾਉਂਦੀ ਹੈ। ਪਰ ਮੇਰਾ ਕਹਿਣ ਦਾ ਭਾਵ ਹੈ, ਇਹਨਾਂ ਲੋਕਾਂ ਨੇ ਆਪਣੀ ਜਿਹੜੀ ਗਲਤੀਆਂ ਦਾ ਠੀਕਰਾ ਬੀਜੇਪੀ ਤੇ ਫੋੜਤਾ। ਜੇ ਉਹਨਾਂ ਨੇ ਬਾਦਲ ਸਾਹਿਬ ਦੇ ਉੱਤੇ ਸਾਰਾ ਆਪਣਾ ਦਾਰੋਮਦਾਰ ਛੱਡਿਆ ਸੀ, ਪੰਜਾਬ ਦੀ ਭਾਵਨਾਵਾਂ ਬਾਦਲ ਸਾਹਿਬ ਤੋਂ ਵਧੀਆ ਵਿਅਕਤ ਕੋਈ ਨਹੀਂ ਕਰ ਸਕਦਾ। ਨਭ ਸਮਝਦੇ ਐ, ਜਿਵੇਂ ਨਾੜੀ ਵੈਦ ਹੁੰਦਾ ਨਾ, ਵੀ ਬਾਦਲ ਸਾਹਿਬ ਅੱਜ ਨਾੜੀ ਵੈਦ ਹੈ, ਉਹਨੂੰ ਸਭ ਗੱਲ ਦਾ ਪਤਾ ਸੀ, ਪਰ ਉਹ ਕੁਰਸੀ ਦੇ ਲਾਲਚੇ ਉਹ ਦੱਸਿਆ ਨਹੀਂ। ਕਹਿੰਦੇ ਮੈਂ ਨਾਰਾਜ਼ ਕਿਉਂ ਕਰਾਂ, ਤੇ ਨਹੀਂ ਕੀਤਾ। ਉਹਦਾ ਖਾਮਿਆਜਾ ਪੰਜਾਬ ਨੇ ਭੁਗਤਿਆ। ਉਹ ਜ਼ਹਿਰ ਬੀਜ ਗਏ ਜਿਹੜੇ ਅਕਾਲੀ ਦਲ ਦੀ ਲੀਡਰਸ਼ਿਪ ਹੀ ਸੀਗੀ,
ਪੰਜਾਬ ਦੇ ਪਿੰਡਾਂ ਦੇ ਅੰਦਰ, ਪੰਜਾਬੀ ਲੋਕਾਂ ਦੇ ਅੰਦਰ ਵੀ ਬੀਜੇਪੀ ਸਿੱਖਾਂ ਦੇ ਖਿਲਾਫ ਹੈ ਜੀ, ਬੀਜੇਪੀ ਕਿਸਾਨੀ ਦੇ ਖਿਲਾਫ ਹੈ ਜੀ, ਬੀਜੇਪੀ ਪੰਜਾਬ ਦੇ ਖਿਲਾਫ ਹੈ। ਜੇ ਬੀਜੇਪੀ ਸਿੱਖਾਂ ਦੇ ਪੰਜਾਬ ਦੇ ਖਿਲਾਫ ਹੁੰਦੀ ਤਾਂ ਕਰਤਾਰਪੁਰ ਲਾਂਘਾ ਖੁੱਲ੍ਹਦਾ ਸੀ ਸਾਹਿਬ। ਇੱਕ ਗੱਲ ਤਾਂ ਸਾਰੇ ਜਿਹੜੇ ਲੋਕਾਂ ਨੇ ਜਿਹੜੇ ਇਹਨਾਂ ਦੇ ਕਾਂਗਰਸ ਵਾਲਿਆਂ ਨੇ ਉਸ ਆਦਮੀ ਸ਼ਖਸੀਅਤ ਦਾ, ਆਦਮੀ ਨਹੀਂ ਸਾਹਿਬ, ਹੀ ਇਜ਼ ਅ ਪਰਸਨੈਲਿਟੀ, ਸ਼ਖਸੀਅਤ ਹੈ, ਫਖਰੇ ਕੌਮ, ਉਹਨਾਂ ਨੂੰ ਖਿਤਾਬ ਦੇਣਾ ਚਾਹੀਦਾ ਸੀ। ਡਾਕਟਰ ਮਨਮੋਹਨ ਸਿੰਘ ਨੂੰ ਫਰਜੀ ਜਿਹੜੇ ਆਖਦੇ ਹੈ, ਉਸ ਟਾਈਮ ਤਾਂ ਨਹੀਂ ਬਣਿਆ। ਉਹ ਫਖਰੇ ਕੌਮ ਨੇ ਉਦੋਂ ਨਹੀਂ ਖੁੱਲ੍ਹ ਸਕਿਆ ਕਿਉਂਕਿ ਉਹ ਐਡੀ ਉਹਨਾਂ ਕੋਲ ਮਜ਼ਬੂਤੀ ਹੈ ਨਹੀਂ ਸੀ। ਮੋਦੀ ਸਾਹਿਬ ਨੂੰ ਆਹ ਤਾਂ ਦਾਤ ਦੇਣਗੇ, ਸਿੱਖ ਕਿੰਨੀ ਵੀ ਕਰਤਾਰਪੁਰ ਸਾਹਿਬ ਵਾਲਾ ਲਾਂਘਾ ਤਾਂ ਖੁਲਾਇਆ, ਉਹਨਾਂ ਨੇ ਖੁਲਾਇਆ। ਜੇ ਉੱਥੇ ਲਾਲ ਕਿਲ੍ਹੇ ਦੇ ਉੱਤੇ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਤਾਂ ਮੈਂ ਨਹੀਂ ਸਮਝਦਾ ਵੀ ਹਿੰਦੁਸਤਾਨ ਦੇ ਇਤਿਹਾਸ ਦੇ ਅੰਦਰ ਕੋਈ ਵੀ ਇਸ ਕਿਸਮ ਦਾ ਧਾਰਮਿਕ ਫੰਕਸ਼ਨ ਲਾਲ ਕਿਲ੍ਹੇ 'ਤੇ ਆਯੋਜਨ ਕੀਤਾ ਗਿਆ ਹੋਵੇ। ਚਾਹੇ ਸਾਹਿਬਜ਼ਾਦਿਆਂ ਨੂੰ ਲੈ ਕੇ ਮਸਲਾ ਵੀ ਹਰੇਕ ਪੰਜਾਬ ਦੇ ਮੁੱਦੇ 'ਤੇ ਮੋਦੀ ਸਾਹਿਬ ਨੇ ਪੰਜਾਬ ਦੀ ਗੱਲ ਕੀਤੀ ਹੈ, ਪਰ ਕਿੱਥੇ ਪੰਜਾਬ ਤੇ ਸਿੱਖਾਂ ਨਾਲ ਦੁਸ਼ਮਣੀ ਆ ਗਈ। ਪਰ ਜ਼ਹਿਰ ਲੀਡਰਸ਼ਿਪ ਨੇ ਬੀਜਿਆ ਹੈ ਵੀ ਉਹ ਆਪਣੀ ਕੁਰਸੀ ਬਚਾ ਕੇ ਰੱਖਣ ਨੂੰ, ਵੀ ਜੇ ਬੀਜੇਪੀ ਪਿੰਡਾਂ 'ਚ ਵੜ ਗਈ ਤਾਂ ਤੁਹਾਨੂੰ ਕੌਣ ਪੁੱਛੂਗਾ। ਉਸ ਚੱਕਰ 'ਚ ਉਹਨਾਂ ਨੇ ਜ਼ਹਿਰ ਬੀਜਿਆ। ਉਹਨੂੰ ਉਹ ਕੰਡੇ ਕੱਢਣ 'ਚ, ਚੁਗਣ 'ਚ ਟਾਈਮ ਲੱਗੂਗਾ, ਪਰ ਅਸੀਂ ਲੋਕਾਂ ਨੂੰ ਅਸਲੀਅਤ ਦੱਸਾਂਗੇ, ਲੋਕਾਂ ਨੂੰ ਪਤਾ ਲੱਗ ਜੂਗਾ ਸਾਰੀ ਗੱਲ ਦਾ। ਅਖੀਰਲਾ ਸਵਾਲ ਹੈ ਜਾਖੜ ਸਾਹਿਬ, ਗੁਰਦਾਸਪੁਰ ਤੋਂ ਤੁਸੀਂ ਚੋਣ ਲੜੀ, ਤੁਸੀਂ ਹਾਰ ਜਾਂਦੇ ਹੋ ਔਰ ਸਨੀ ਦਿਓਲ ਨੂੰ ਲੋਕ ਜਿਤਾ ਦਿੰਦੇ ਆ, ਪਰ ਗੁਰਦਾਸਪੁਰ ਅਸੀਂ ਵੀ ਜਾ ਕੇ ਆਏ, 2-4 ਵਾਰ ਚੱਕਰ ਲੱਗਿਆ। ਉਹ ਲੋਕ ਕਹਿੰਦੇ ਇਹਦੇ ਨੂੰ ਤਾਂ ਸੁਨੀਲ ਜਾਖੜ ਨੂੰ ਜਿਤਾਉਂਦੇ। ਮੈਂ ਇਹ ਨਹੀਂ ਕਿ ਮੈਂ ਤੁਹਾਡਾ ਇੰਟਰਵਿਊ ਕਰ ਰਿਹਾ, ਤੁਹਾਡੇ ਸਾਹਮਣੇ ਖੜਾ ਇਸ ਕਰਕੇ ਕਹਿ ਰਿਹਾ। ਉਹ ਕਹਿੰਦੇ ਇਹਦੇ ਨੂੰ ਤਾਂ ਸੁਨੀਲ ਜਾਖੜ ਨੂੰ ਜਿਤਾ ਦਿੰਦੇ, ਘੱਟੋ ਘੱਟ ਬੰਦਾ ਤਾਂ ਪੰਜਾਬ ਦਾ ਸੀ। ਉਹ ਬੌੜੇ ਹੀ ਨਹੀਂ ਕਹਿੰਦੇ। ਬੀਜੇਪੀ ਦੇ ਲੀਡਰ ਨੇ, ਤੁਸੀਂ ਕਦੇ ਗੱਲਬਾਤ ਕੀਤੀ ਜਾਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਕਿ ਸਨੀ ਦਿਓਲ ਸਾਹਿਬ ਆਓ ਗੁਰਦਾਸਪੁਰ ਦੇ ਹਾਲ ਵੀ ਦੇਖ ਲਓ ਜਾ ਕੇ, ਨਾ ਤਾਂ ਤੁਸੀਂ ਪਹੁੰਚੇ ਸੰਸਦ ਔਰ ਨਾ ਕਦੇ ਆਪਣੇ ਹਲਕੇ ਦੇ ਵਿੱਚ ਗਏ? ਦੇਖੋ ਯਾਨੋ ਜੀ, ਮੈਂ ਕਿਸੇ ਦਾ ਕੌਨਸ਼ੀਅਸ ਕੀਪਰ ਨਹੀਂ ਸਾਹਿਬ। ਅਸੀਂ ਤਾਂ ਆਪ ਦੀ ਪੂਛ ਬਚਾ ਕੇ ਰੱਖਦੇ ਹਾਂ। ਸਾਡੀ ਆਪਣੀ ਫੀਲਿੰਗਸ ਹੈ, ਉਹ ਲੋਕਾਂ ਨੇ ਚੁਣ ਕੇ ਭੇਜਿਆ। ਕੋਈ ਐਂ ਤਾਂ ਨਹੀਂ ਲੋਕਾਂ ਦੀ ਦੇਖ ਆਵਾਜ਼ੇ ਖਲਕ ਆਵਾਜ਼ੇ ਖੁਦਾ, ਲੋਕਾਂ ਨੇ ਚੁਣਿਆ। ਜਿਵੇਂ ਲੋਕਾਂ ਨੇ ਆ ਸਰਕਾਰ ਚੁਣੀ ਹੈ, ਮੇਰੇ ਇਹਨਾਂ ਨਾਲ ਫਰਕ ਹੋ ਸਕਦੇ ਹਿਸਾਬ, ਪਰ ਆ 5 ਸਾਲ ਭੁਗਤਣੇ ਪੈਣਗੇ। ਹੁਣ ਉਹਨਾਂ ਲੋਕਾਂ ਨੇ ਚੁਣਿਆ ਤੇ ਮੇਰੀ ਤਾਂ ਇੰਨੀ ਬੇਨਤੀ ਹੈ ਲੋਕਾਂ ਨੂੰ ਵੀ, ਤੇ ਜਿਹੜੇ ਚੁਣੇ ਗਏ ਲੋਕਾਂ ਨੂੰ ਵੀ, ਇੱਕ ਤਾਂ ਲੋਕਾਂ ਦਾ ਧਿਆਨ ਰੱਖੋ, ਇੱਕ ਲੋਕਾਂ ਨੂੰ ਵੀ ਬੇਨਤੀ ਹੈ ਵੀ ਅੱਗੇੋਂ ਕਿਸੇ ਨੂੰ ਵੀ ਵੋਟ ਪਾਓ, ਚਾਹੇ ਪੰਜਾਬੀ ਹੋਵੇ ਚਾਹੇ ਕੋਈ ਬਾਹਰਲਾ ਹੋਵੇ, ਧਿਆਨ ਰੱਖਿਓ ਵੀ ਆ ਜੋ ਹੁਣ ਅੱਕ ਚੱਬਣੇ ਪੈ ਰਹੇ ਆ, ਜਿਹੜੇ ਆ 5 ਸਾਲ ਚੱਬਣੇ ਪੈਣਗੇ ਆ ਆਮ ਆਦਮੀ ਪਾਰਟੀ ਵਾਲੇ, ਉਹ ਦੁਬਾਰਾ ਹਾਲ ਨਾ ਕਰ ਲੈ। ਬੜੇ ਠੋਕ ਵਜਾ ਕੇ ਵੋਟ ਦਾ ਇਸਤੇਮਾਲ ਕਰਿਓ। ਜਿਹੜਾ ਬੰਦਾ ਲੋਕਾਂ ਨਾਲ ਗੱਲ ਉੱਥੇ ਜਾ ਕੇ ਜਿਸ 'ਚ ਮਾਦਾ ਹੋਵੇ, ਗੱਲ ਰੱਖ ਸਕੇ, ਤਰਕ ਨਾਲ ਗੱਲ ਕਰਕੇ ਆਪਣੀ ਗੱਲ ਬਣਾ। ਉੱਥੇ ਕੁਸ਼ਤੀਆਂ ਨਹੀਂ ਹੋਣੀਆਂ ਸਭ ਵੀ ਤੁਹਾਡਾ ਹੱਥ 2.5 ਕਿਲੋ ਦਾ ਹੈ ਕਿ ਨਹੀਂ ਹੈ। ਉੱਥੇ ਆਇਆ ਵੀ ਤੁਸੀਂ ਤੁਹਾਡੀ ਗੱਲ 'ਚ ਕਿੰਨਾ ਵਜਨ ਹੈ, ਦੈਟ ਇਜ਼ ਇਟ। ਉਸ ਗੱਲ ਦਾ ਧਿਆਨ ਰੱਖ ਕੇ ਜੇ ਲੋਕ ਕਰਨਗੇ ਤੇ ਪੰਜਾਬ ਦਾ ਭਵਿੱਖ ਮੈਂ ਸਮਝਦਾ ਵੀ ਇਹਨਾਂ ਲੋਕਾਂ ਨਾਲ ਜਾਂ ਝਾਂਕੀਆਂ ਨਾਲ ਨਹੀਂ, ਪੰਜਾਬ ਦਾ ਭਵਿੱਖ, ਪੰਜਾਬ ਦੀ ਜਵਾਨੀ ਹੈ, ਉਹਦੀ ਕੰਨੀ ਅਸੀਂ ਦੇਖੀਏ, ਉਹਨੂੰ ਨਸ਼ੇ ਤੋਂ ਕੱਢੀਏ। ਆ ਰਹੇ ਹੈ ਅਮਿਤ ਸ਼ਾਹ ਜੀ, ਇੱਥੇ ਯਾਤਰਾ ਕੱਢਾਂਗੇ, ਲੋਕਾਂ ਨੂੰ ਜਾਗਰੂਕ ਕਰਾਂਗੇ, ਲੋਕਾਂ ਨੂੰ ਭਰੋਸਾ ਦਿਵਾਵਾਂਗੇ ਵੀ ਆਹ ਕੋਡ ਜਿਹੜਾ ਹੈ, ਆਹ ਕੋਈ ਤਗੜਾ ਲੀਡਰ ਹੀ ਕੱਢ ਸਕਦਾ ਤੇ ਉਹ ਕੱਢਾਂਗੇ ਸਭ। ਥੈਂਕ ਯੂ ਸਰ। ਤਾਂ ਸੁਨੀਲ ਜਾਖੜ ਸਾਡੇ ਨਾਲ ਸਨ। ਲਗਾਤਾਰ ਕਾਂਗਰਸ ਦੇ ਵਿੱਚ ਵੱਡੇ ਅਹੁਦਿਆਂ ਤੇ ਰਹੇ, ਲਗਾਤਾਰ ਰਿਪਰੈਜ਼ੈਂਟ ਕਰਦੇ ਰਹੇ, ਪਰ ਡਿਫਰੈਂਸ ਆਉਣ ਤੋਂ ਬਾਅਦ ਹੁਣ ਬੀਜੇਪੀ ਦੇ ਵਿੱਚ ਆਏ ਤਾਂ ਵੱਡਾ ਭਰੋਸਾ ਜਤਾਇਆ ਬੀਜੇਪੀ ਨੇ ਵੀ। ਤਾਂ ਸੁਨੀਲ ਜਾਖੜ ਕਹਿੰਦੇ ਕਿ ਇਹ ਕੋਡ ਜਿਹੜਾ ਹੈ ਕੋਈ ਤਕੜਾ ਲੀਡਰ ਹੀ ਕੱਢੂਗਾ, ਔਰ ਇਸ ਦੇ ਨਾਲ ਹੀ ਖਾਸ ਤੌਰ ਤੇ ਇਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਬਣੀ ਹੈ, ਜਾਂ ਪਿਛਲੀ ਵਾਰ ਵੀ ਜਦੋਂ ਸਨੀ ਦਿਓਲ ਜਾਂ ਹੋਰ ਵੀ ਜਿਹੜੇ ਸੈਲੀਬ੍ਰਿਟੀਜ਼ ਨੂੰ ਲੋਕਾਂ ਨੇ ਜਿਤਾਇਆ, ਤਾਂ ਲੋਕਾਂ ਨੂੰ ਵੀ ਚਾਹੀਦਾ ਕਿ ਵੋਟ ਪਾਉਣ ਵੇਲੇ ਬੰਦਾ ਦੇਖ ਲਿਆ ਜਾਵੇ ਔਰ ਚਿਹਰਾ ਦੇਖ ਕੇ ਵੋਟ ਪਾਈ ਜਾਵੇ, ਨਾ ਕਿ ਉਸ ਦਾ ਜਿਹੜਾ ਸੈਲੀਬ੍ਰਿਟੀ ਦੇਖ ਕੇ ਵੋਟ ਪਾਈ ਜਾਵੇ। ਔਰ ਇਸ ਦੇ ਨਾਲ ਹੀ ਖਾਸ ਤੌਰ ਤੇ ਇਹਨਾਂ ਨੇ ਕਿਹਾ ਕਿ ਬੀਜੇਪੀ ਆਏਗੀ ਪੰਜਾਬ ਦੇ ਵਿੱਚ, ਔਰ ਨਾਲ ਹੀ ਖਾਸ ਤੌਰ ਤੇ ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਦੇ ਵੇਲੇ ਦਾ ਜ਼ਿਕਰ ਇਹਨਾਂ ਨੇ ਕੀਤਾ। ਕਿਸਾਨ ਅੰਦੋਲਨ ਦੇ ਵੇਲੇ ਭਰਮ ਜਿਹੜਾ ਫੈਲਾਇਆ ਗਿਆ, ਉਦੋਂ ਵੀ ਅਕਾਲੀ ਦਲ ਨਾਲ ਸੀ, ਪਰ ਉਹਨਾਂ ਨੇ ਉਸ ਤੋਂ ਬਾਅਦ ਕੁਰਸੀ ਛੱਡਣ ਵੇਲੇ ਵੀ ਕਿੰਨਾ ਸੋਚ ਵਿਚਾਰ ਕੀਤਾ, ਔਰ ਉਸ ਤੋਂ ਬਾਅਦ ਜ਼ਹਿਰ ਜਿਹੜਾ ਉਗਲਿਆ ਗਿਆ। ਇਸ ਤਰ੍ਹਾਂ ਦੇ ਐਲੀਗੇਸ਼ਨ ਸੁਨੀਲ ਜਾਖੜ ਉਹਨਾਂ ਨੇ ਲਾਇਆ। ਸਾਫ਼ ਤੌਰ ਤੇ ਕਹਿੰਦੇ ਕਿ ਆਉਣ ਵਾਲਾ ਸਮਾਂ ਬੀਜੇਪੀ ਦਾ ਹੋਏਗਾ। ਕੈਮਰਾ ਪਰਸਨ ਹਰਸ਼ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।